सलामती रहमत करम रहम ते फजल दी दुआ है मेरी जी ਤੁਹਾਡੀ ਤੇ ਤੁਹਾਡੇ ਘਰ ਵਾਲਿਆਂ ਵਾਸਤੇ। ਅਸੀਂ ਸੈਫੁਲ ਮਲੂਕ ਨੂੰ ਕਰਨ ਲੱਗੇ ਆ। ਇੱਕ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦਾ ਇੱਕ ਕਲਾਮ ਹੈ। ਇਹਨੂੰ ਆਖਿਆ ਜਾਂਦਾ ਹੈ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਨੂੰ द ब्रिज टू मॉडर्न लिटरेचर भी आख्या जाता है। मतलब यह आ एक क्लासिकी शायरी तो जदीद शायरी ले ये पुल साबित होए सन। सैफुल मलूक की ये सारे का वैरवा करांगे। सैफुल मलूक एक किताब लिखी सी शहजादा ते शहजादी के बारे। असी सब कुछ नूं डिकोड करने की कोशिश करांगे। लिखी गई सी 1863 दे विच। ठीक है, ਅਸੀਂ ਗੱਲ ਕਰ ਲਈਏ ਸ਼ਾਇਰ ਦੇ ਹਯਾਤੀ ਦੇ ਬਾਰੇ ਤੇ 1830 ਦੇ ਵਿੱਚ ਮੀਆਂ ਮੁਹੰਮਦ ਬਖਸ਼ ਜੰਮੇ ਸਨ ਮੀਆਂ ਸ਼ਮਸੁਦੀਨ ਦੇ ਘਰ ਆਜ਼ਾਦ ਕਸ਼ਮੀਰ ਖੜੀ ਸ਼ਰੀਫ ਦੇ ਵਿੱਚ। ਠੀਕ ਹੈ, ਆਪ ਨੇ ਆਜ਼ਾਦ ਕਸ਼ਮੀਰ ਦੇ ਵਿੱਚੋਂ ਹੀ ਅਰਬੀ ਫਾਰਸੀ ਫਿਕਾ ਤਫਸੀਰ ਤੇ ਰੂਹਾਨੀ ਫੈਜ਼ ਵਗੈਰਾ ਹਾਸਲ ਕੀਤਾ। ਜਦੋਂ ਇਹ ਕਰ ਲਿਆ ਫਿਰ ਆਪ ਪੂਰਾ ਕਸ਼ਮੀਰ ਘੁੰਮੇ। ਕਿਸ ਲਈ? ਕਿਉਂਕਿ ਉਦੋਂ ਕਸ਼ਮੀਰ ਪੂਰਾ ਇੱਕੋ ਹੀ ਸੀ, ਸਾਡੇ ਵਾਕੂ ਬਾਉਂਡਰੀ ਨਹੀਂ। ਡਿਮਾਰਕੇਸ਼ਨ ਤਾਂ 1947 ਚ ਹੋਈ ਨਾ ਜਾ ਕੇ। ਠੀਕ ਹੈ, ਜਦੋਂ ਇਹ ਵੰਡਿਆ ਗਿਆ ਉਸ ਤੋਂ ਪਹਿਲਾਂ ਸਾਰਾ ਕਸ਼ਮੀਰ ਚ ਘੁੰਮੇ ਤੇ ਉੱਥੋਂ ਫਿਰ ਘੁੰਮ ਕੇ ਤੇ ਰੂਹਾਨੀ ਫੈਜ਼ ਹਾਸਲ ਕੀਤਾ ਤੇ ਜਿਹੜਾ ਨਾ ਅਖੀਰ ਆ ਕੇ ਪੀਰ ਗਾਜ਼ੀ ਸ਼ਾਹ ਕਲੰਦਰ ਰਹਿਮਤੁल्लाह अलैह ਦੀ ਮੁਰੀਦੀ ਕੀਤੀ ਤੇ ਫਿਰ ਆਪ ਦੀ ਤਾਲੀਮਾਤ ਆਪ ਦੇ ਸ਼ਊਰ ਆਪ ਦੀ ਜਿਹੜੀਆਂ ਨਾ ਸਾਰੀ ਅਪਰੋਚ ਦੀ ਵਜ੍ਹਾ ਤੋਂ ਆਪ ਨੂੰ ਫਿਰ ਉੱਥੇ ਹੀ ਸਜਾਦਾ ਨਸ਼ੀਨ ਵੀ आप उत्थे ही सजादा नशीन बन गए। ठीक है, तो 1907 ਦੇ ਵਿੱਚ ਕਨਸੀਕੁਐਂਟਲੀ ਆਪ ਆਪਣੇ ਖਾਲਕ ਹਕੀਕੀ ਨੂੰ ਜਾ ਮਿਲੇ। ਆਪ ਦੀ ਜਿਹੜਾ ਆਪ ਦੀ ਹਯਾਤੀ ਦੇ ਬਾਰੇ ਆਪ ਨੇ ਖੁਦ ਆਪਣੇ ਸ਼ੇਰਾਂ ਦੇ ਵਿੱਚ ਲਿਖਿਆ, ਸਨ ਮੁਕੱਦਸ ਹਿਜਰਤ ਦਸਾਂ 12 ਸੇ 7 ਦਾ ਹੈ। ਠੀਕ ਹੈ, 7 ਉਤੇ 2 ਹੋਰ ਮੁਹੰਮਦ ਉੱਪਰ ਉਸ ਥੀ ਆਹੇ। 7 ਉਤੇ 2 ਹੋਰ ਮੁਹੰਮਦ। ਇਹ ਨਾ ਜਿਹੜਾ ਇਹ ਇਸਲਾਮੀ ਸਾਲ ਦਾ ਉਹ ਦੱਸਦੇ ਪਏ ਨੇ ਕਿ ਸਨ ਮੁਕੱਦਸ। ਇਹ ਤੁਸੀਂ ਕੈਲਕੂਲੇਸ਼ਨ ਕੱਢੋਗੇ ਤੇ ਆ ਜਾਏਗੀ, ਲੰਮੀ ਗੱਲ ਹੋ ਜਾਣੀ ਵੀਡੀਓ ਖਾਮਖਾ। ਉਮਰ ਮੁਸੰਨਫ ਦੀ ਤਦਾਹੀ 3 ਦਾਹੇ 3 ਯੱਕੇ 3 10 ਤੇ 3 ਇੱਕੇ। ਠੀਕ ਹੈ, ਭੈਣ ਵੱਡੀ ਫਰਮਾਉਂਦੀ ਹੈ ਪਤੇ ਰੱਬ ਨੂੰ ਪੱਕੇ। ਆਪਣੀ ਫੈਮਿਲੀ ਬਾਰੇ ਵੀ ਆਪਣੇ ਭੈਣ ਵੱਡੀ ਦੇ ਬਾਰੇ ਵੀ ਦੱਸ ਛੜਿਆ ਤੇ ਆਪਣੀ ਉਮਰ ਦੀ ਕੈਲਕੂਲੇਸ਼ਨ ਤੁਸੀਂ ਕੱਢ ਲਓ। ਮਤਲਬ सन मुकद्दस हिजरत 10 12 से 7 दाहे 10वें। ठीक है, तुसी कल कैलकुलेशन कढ़ लेना। 3 दाहे 3 दसे ते 3 यके 3 एके तुसी आपे कढ़ लेना। लेकिन खैर ਇਹਦੇ ਚ ਆਪਣੇ ਆਪਣਾ ਪੂਰਾ ਤਾਰੁਫ ਕਰਾ ਛੜੇ ਕਿ ਕਿਦੋਂ ਜੰਮੇ ਸਨ ਕਿਦੋਂ ਨੇ। ठीक है, आपने टोटल 18 किताबां लिखियां जिन्हां च मिर्जा साहबां भी शामिल है। मिर्जा साहबां ਦਾ जो पंजाबी ਦਾ लोक किस्सा है वो भी आपने लिखिया सी। ਆਪ ਦੀ ਜਿਹੜੀ ਸ਼ਾਇਰੀ ਪਠਵਾਰੀ ਲਹਿਜੇ ਦੇ ਵਿੱਚ ਤੇ ਤੁਹਾਨੂੰ ਇਹ ਤਾਂ ਪਤਾ ਹੋਣਾ ਹੀ ਹੈ ਕਿ ਹੁਣ ਤੱਕ ਅਸੀਂ ਇਸ ਤੋਂ ਪਹਿਲੇ ਪੰਜਾਬੀ ਦਾ ਪਿਛੋਕੜਾ ਵੀ ਪੜ੍ਹ ਲਿਆ ਤੇ ਪੰਜਾਬੀ ਦੇ ਟੋਟਲ ਤਕਰੀਬਨ 25 ਤੋਂ 35 ਲਹਿਜੇ ਨੇ। ਠੀਕ ਹੈ, ਤੇ ਉਹਨਾਂ 'ਚ ਜਿਹੜਾ ਪਠਵਾਰੀ ਲਹਿਜਾ ਨਾ ਸਭ ਤੋਂ ਜ਼ਿਆਦਾ ਮਾਝੀ ਲਹਿਜਾ ਕੰਸੀਡਰ ਹੁੰਦਾ, ਸਭ ਤੋਂ ਬਹੁਤਾ ਹੀ ਬੋਲਿਆ ਜਾਂਦਾ। ਤੇ ਪਠਵਾਰੀ ਦੇ ਆਪ ਜਿਹੜੇ ਸਤਾ ਮੁਰਤਫਾ ਦੇ ਉੱਤੇ ਪਹਾੜਾਂ ਦੇ ਉੱਤੇ ਬੋਲੀ ਜਾਂਦੀ ਉਹਨੂੰ ਪਠਵਾਰੀ ਕਹਿੰਦੇ ਨੇ। ਤੇ ਇਹਦੇ ਵਿੱਚ ਆਪ ਦੀ ਸਾਰੀ ਦੀ ਸਾਰੀ ਸ਼ਾਇਰੀ ਹੈ। ਅਸੀਂ ਗੱਲ ਕਰ ਲਈਏ ਸੈਫੁਲ ਮਲੂਕ ਦੀ। ਸੈਫੁਲ ਮਲੂਕ ਇੱਕ ਕਿੱਸਾ ਸੀ, ਉਹਨੂੰ ਆਪ ਨੇ ਆਪਣੀ ਸ਼ਾਇਰੀ ਰਾਹੀਂ ਬਿਆਨ ਕੀਤਾ। ਇਹ ਇੱਕ ਕਿੱਸਾ ਹੈ, ਇੱਕ ਸਫਰੁਲ ਇਸ਼ਕ ਇਹਨੂੰ ਆਪ ਨੇ ਖੁਦ ਕਿਹਾ ਹੈ। ਸ਼ਹਿਜ਼ਾਦਾ ਸੈਫ ਤੇ ਬਦੀ ਜਮਾਲਿਕ ਪਰੀ ਉਹਨਾਂ ਦੋਵਾਂ ਦੇ ਬਾਰੇ। ਠੀਕ ਹੈ, ਅਸੀਂ ਅੱਗੋਂ ਦਾ ਵੇਰਵਾ ਕਰਾਂਗੇ। ਸੈਫੁਲ ਮਲੂਕ ਦਾ ਤਾਰੁਫ ਆਪ ਕਿਵੇਂ ਕਰਾਉਂਦੇ ਨੇ? ਬਾਦ ਮਜਾਜ਼ੀ ਰਮਜ਼ ਹਕਾਨੀ ਵਨ ਦੀ ਕਾਠੀ ਸਫਰੁਲ ਇਸ਼ਕ ਕਿਤਾਬ ਬਣਾਈ ਸੈਫ ਛੁਪੀ ਵਿੱਚ ਲਾਠੀ। मतलब आप ही वो तारुफ करांदे ने कि ये जिहड़ी है ना बात मजाजी इंज लगदा जिवें उत्तों उत्तों कोई गल करना पे, लेकिन रमज हक्का नहीं है। ठीक है, रूहा राहां वाली गल है। ते वन दी काठी दे वन दी गल्लां होईयां ने। सफरुल इश्क किताब बनाई कि सफरुल इश्क में किताब बनाई सैफ छुपी। सैफ किहनूं कहंदे ने? तलवार नूं। छुपी विच लाठी, तलवार लाठी दे विच लुकी हुई है। ਅਸੀਂ ਹੁਣ ਵੈਰਵਾ ਕਰ ਲੱਗੇ ਹਾਂ ਕਿੱਸਾ ਸੈਫੁਲ ਮਲੂਕ ਦਾ ਜਿਹੜਾ ਮੀਆਂ ਮੁਹੰਮਦ ਬਖਸ਼ ਨੇ ਲਿਖਿਆ ਸੀ। ਮੀਆਂ ਮੁਹੰਮਦ ਬਖਸ਼ 1830 ਚ ਜੰਮੇ ਸਨ। 1863 ਚ ਇਹਨਾਂ ਸੈਫੁਲ ਮਲੂਕ ਲਿਖੀ ਸੀ ਤੇ 1907 ਚ ਫੌਤ ਹੋ ਗਏ ਸਨ। ਮੈਂ ਯਾਦ ਕਰਾਣਾ ਤਾਂ ਕਿ ਤੁਹਾਨੂੰ ਸਮਝ ਲੱਗੇ, ਯਾਦ ਰਹੇ। ਕਿੱਸਾ ਜਿਹੜਾ ਹੈ ਨਾ ਉਹਨੂੰ ਅਸੀਂ ਇਸ ਤਰ੍ਹਾਂ ਕਰਕੇ ਲਿਖ ਲਿਆ ਹੈ। ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਤੁਸੀਂ ਨੋਟਸ ਇੰਜ ਬਣਾਉਣੇ ਨੇ, ਕੀਵਰਡਸ ਲਿਖਣੇ ਨੇ ਤੇ ਪੂਰੇ ਕਿੱਸੇ ਨੂੰ ਥੋੜੀ ਜਿਹੀ ਥਾਂ ਤੇ ਕਿੱਸਾ ਆ ਜਾਏਗਾ। ਤੁਹਾਡੇ ਨੋਟਸ ਵੀ ਬਣ ਜਾਣਗੇ, ਮੈਮੋਰਾਈਜ਼ੇਸ਼ਨ ਵੀ ਹੋ ਜਾਏਗੀ ਔਰ ਤੁਹਾਨੂੰ ਉਹ चीज़ परमानेंटली याद भी रहेगी।
ਸੈਫੁਲ ਮਲੂਕ ਦਾ ਆਗਾਜ਼ ਹੁੰਦਾ ਹੈ ਇੱਕ ਮੁਲਕ ਹੈ ਮਿਸਰ, ਉੱਥੋਂ। ਠੀਕ ਹੈ, ਉੱਥੋਂ ਦਾ ਜਿਹੜਾ ਬਾਦਸ਼ਾਹ ਹੈ ਉਹਦਾ ਨਾਂ ਹੈ ਆਸਮ ਬਿਨ ਸਫਵਾਨ। ਠੀਕ ਹੈ, ਉਹ ਬੇਔਲਾਦ ਹੈ ਤੇ ਉਹਨਾਂ ਆਪਣੇ ਆਲਮਾਂ ਤੇ ਨਜੂਮੀਆਂ ਦੇ ਕੋਲੋਂ ਪੁੱਛਦਾ ਹੈ, ਕਿਉਂਕਿ ਉਹ ਔਲਾਦ ਦੀ ਵਜ੍ਹਾ ਤੋਂ ਬਹੁਤ ਪਰੇਸ਼ਾਨ ਹੈ, ਕਿਉਂਕਿ ਉਹਨੂੰ ਇਹ ਲੱਗਦਾ ਹੈ ਵੀ ਇਹ ਪੂਰੇ ਦੇ ਪੂਰੇ ਮੁਲਕ ਦੀ ਸਲਤਨਤ ਉਹਦੇ ਤੋਂ ਬਾਅਦ ਖਾਲੀ ਹੋ ਜਾਏਗੀ, ਜਾਂ ਕੋਈ ਹੋਰ ਬੰਦਾ ਆ ਕੇ ਹਾਕਮ ਕਾਬਜ਼ ਬਣ ਜਾਏਗਾ, ਜਾਂ ਪਤਾ ਨਹੀਂ ਕੀ ਬਣੇਗਾ। ਔਲਾਦ ਦੀ ਵਜ੍ਹਾ ਤੋਂ ਬਹੁਤ ਪਰੇਸ਼ਾਨ ਹੈ ਤੇ ਉਹ ਚਾਹੁੰਦਾ ਹੈ ਐਜ਼ ਸੂਨ ਐਜ਼ ਪੋਸੀਬਲ ਕੁਦਰਤ ਕਾਮਲਾ ਉਹਨੂੰ ਔਲਾਦ ਦੇ ਦੇਵੇ। ਉਹਨੂੰ ਨਜੂਮੀ ਉਹਨੂੰ ਇਹ ਮਸ਼ਵਰਾ ਦਿੰਦੇ ਨੇ ਕਿ ਜੇ ਤੁਸੀਂ ਇੱਕ ਮੁਲਕ ਹੈ ਬਦਖਸ਼ਾ, ਉੱਥੋਂ ਦੇ ਬਾਦਸ਼ਾਹ ਦੀ ਧੀ ਜਿਹੜੀ ਉੱਥੋਂ ਦੀ ਸ਼ਹਿਜ਼ਾਦੀ, ਉਹਦੇ ਨਾਲ ਜੇ ਤੁਸੀਂ ਸ਼ਾਦੀ ਕਰ ਲਓਗੇ ਨਾ ਤੇ ਅੱਲਾਹ ਤੁਹਾਨੂੰ ਜਿਹੜਾ ਨਾ ਉਹ ਕੁਦਰਤ ਕਾਮਲਾ ਤੁਹਾਨੂੰ ਔਲਾਦ ਦੇਗੀ। ਬਾਦਸ਼ਾਹ ਸਲਾਮਤ ਨੇ ਜਦੋਂ ਇਹ ਸੁਣਿਆ ਕਿ ਕੁਦਰਤ ਕਾਮਲਾ ਉਹਨਾਂ ਤੇ ਮਿਹਰਬਾਨ ਹੋ ਸਕਦੀ ਤੇ ਉਹਨਾਂ ਨੇ ਬਦਖਸ਼ਾਂ ਦੇ ਬਾਦਸ਼ਾਹ ਦੀ ਧੀ ਨੂੰ ਸ਼ਾਦੀ ਦਾ ਬੁਲਾਵਾ ਘੱਲਿਆ, ਜਿਹੜਾ ਕਿ ਕਬੂਲ ਕਰ ਦਿੱਤਾ ਗਿਆ। ਆਪ ਨੇ ਸ਼ਹਿਜ਼ਾਦੀ ਦੇ ਨਾਲ ਸ਼ਾਦੀ ਕੀਤੀ ਤੇ ਆਪ ਦਾ ਇੱਕ ਬਹੁਤ ਪਿਆਰਾ ਵਕੀਲ ਸੀ ਸਾਲੇ ਬਿਨ ਹਮੀਦ, ਉਹਨੇ ਉਹ ਸ਼ਾਦੀ ਕਰ ਲਈ ਸ਼ਹਿਜ਼ਾਦੀ ਦੀ ਸਹੇਲੀ ਦੇ ਨਾਲ। ਥੋੜਾ ਟਾਈਮ ਗੁਜ਼ਰਿਆ ਤੇ ਅੱਲਾ ਨੇ ਕੁਦਰਤ ਨੇ ਉਹਨਾਂ ਨੂੰ ਦੋ ਸੋਹਣੇ ਸੋਹਣੇ ਪੁੱਤਰ ਦਿੱਤੇ। ਬਾਦਸ਼ਾਹ ਜਿਹੜਾ ਆਸਮ ਸੀ ਉਹਦੇ ਬੇਟੇ ਦਾ ਨਾਮ ਸੈਫ ਸੀ ਤੇ ਜਿਹੜਾ ਸੀ ਵਜ਼ੀਰ ਸਾਲੇ ਉਹਦੇ ਬੇਟੇ ਦਾ ਨਾਮ ਸੀ ਸਾਦ। ਠੀਕ ਹੈ, ਆਸਮ ਦਾ ਸੈਫ ਤੇ ਸਾਲੇ ਦਾ ਸਾਦ। ਦੋਵੇਂ ਬੱਚੇ ਬਹੁਤ ਚੰਗੇ, ਬਹੁਤ ਖੂਬਸੂਰਤ, ਬਹੁਤ ਸਮਝਦਾਰ, ਸੈਂਸਿਬਲ ਸਨ। ਹੁੰਦਾ ਗਿਆ ਵਕਤ, ਚੜ੍ਹਦਾ ਗਿਆ, ਦੋਵੇਂ ਬੱਚੇ ਇਕੱਠੇ ਖੇਡਦੇ ਖਿਡਾਉਂਦੇ ਹੁੰਦੇ ਗਏ। ਦੋਵਾਂ ਬੱਚਿਆਂ ਦੀ ਤਾਲੀਮ ਤੇ ਤਰਬੀਅਤ ਤੇ ਬਹੁਤ ਜ਼ਿਆਦਾ ਗੌਰ ਕੀਤਾ ਗਿਆ। ਬਹੁਤ ਚੰਗੀਆਂ ਥਾਵਾਂ ਤੋਂ ਤਾਲੀਮ ਹਾਸਲ ਕਰਾਈ ਗਈ। ਅੱਡ ਉਸਤਾਦਾਂ ਦੇ ਕੋਲ ਉਹਨਾਂ ਨੂੰ ਭੇਜਿਆ ਗਿਆ ਤਾਂ ਕਿ ਉਹ ਦੁਨੀਆ ਔਰ ਆਖਰਤ ਔਰ रूहानियत और इंसानियत हर चीज़ तालीम हासिल की कोशिश की गई आसम की तरफों ते साले की तरफों। ठीक है, होया है कि शहजादा सैफ जवान हो गया, बहुत ज़्यादा चंगा शहजादा सी, बहुत समझदार सी, जिंदगी के सारे मामला समझने लग पाया क्योंकि उसकी तलीम बहुत चंगी हुई सी, उसकी तरबियत बहुत चंगी हुई सी। वालिद साहब ने खुश होकर बेटे को दो मूर्तियां गिफ्ट कीतियां भी, वैसे ही ना पुत्र ने दो सोहनिया सोहनिया मूर्तियां गिफ्ट कीतियां। एक मूर्ति शहजादे दी सी सैफुल मलूक दी ते दूजी मूर्ति एक शहजादी दी सी, एक परी दी सी, सॉरी, जिहड़ी सी परी बदिउल जमाल। परी बदिउल जमाल हेरवन है साडी इस कहानी दी। ठीक है, परी बदिउल जमाल जिहड़ी है ना वो इंसान नहीं हो बल्कि जिहड़ा ना परी है एक, लेकिन शहजादा जिवें उहनूं वेंदा है ना नाल ही उहदे ते आशिक हो जाता है। ठीक है, ते वो वालिद साहब को इजाजत मंगदा है, इजाजत लैके कि मैं परी नूं मिलन जाना है। इजाजत लैके ते बेड़ा तैयार करदा, बहुत वड्डा बेड़ा एक, ते किथे निकल जाता है। परी दा मुल्क किहड़ा? मुल्क सरअंदीब। ठीक है, उत्थे जो चला जाता है नाल उहदे साध हुंदा है, उत्थे उथों दा सफर स्टार्ट कर लेंदा। बहुत ज्यादा स्पाई फौजी नाल लेंदे ने कि मैं लैण जाना। बादशाह दा कल्ला कल्ला पुत्तर, इहने जो कहना सी उहने मान लिया। 8 महीने का सफर करते हैं, 8 महीने सफर करते करते अखीर एक जजीरे ते पहुंचते हैं जिहदा नाम हुंदा ऐनुल अर्ज जजीरा। उत्थों दा हाकम हुंदा है फगफूर। उत्थे जांदे ने, उत्थे अपना तारफ शरफ करांदे ने ते थोड़ा बहुत उन्हां नूं घाशा पाउंदा ते जरा गपशप उन्हां दी हुंदी है। अगों वो इस्तांबुल ਲਈ निकल जांदे ने, इस्तांबुल जिन्हों असीं अज गए हैं। ठीक है, उत्थों ਲਈ चले जांदे ने भी हुण असीं ਉੱਥੋਂ ਅੱਗੇ ਇਸਤੰਬੁਲ ਜਾਣਾ ਹੈ, ਉੱਥੋਂ ਨਿਕਲ ਪੈਂਦੇ ਨੇ। ਉੱਥੋਂ ਅੱਗੇ ਉਸ ਜਹਾਜ਼ ਦੇ ਉੱਤੇ, ਉਸ ਬੇੜੇ ਦੇ ਉੱਤੇ 6 ਮਹੀਨੇ ਦਾ ਸਫ਼ਰ ਕਰਦੇ ਨੇ। ਇਸ 6 ਮਹੀਨਿਆਂ ਦੇ ਦਰਮਿਆਨ ਬਹੁਤ ਜ਼ਿਆਦਾ ਮੁਸੀਬਤਾਂ, ਤਕਲੀਫਾਂ, ਅਜ਼ੀਤਾਂ ਆਉਂਦੀਆਂ ਨੇ ਅਲੱਗ-ਅਲੱਗ ਕਿਸਮ ਦੀਆਂ, ਲੇਕਿਨ ਉਹ ਸਟਿਲ ਸਫ਼ਰ ਕਰਦੇ ਰਹਿੰਦੇ ਨੇ, ਵਾਪਸ ਨਹੀਂ ਪਰਤਦੇ। ਕਿਹਨੂੰ ਮਿਲਣ ਜਾਣ ਨੇ? ਪਰੀ ਬਦੀਉਲ ਜਮਾਲ ਨੂੰ। ਠੀਕ ਹੈ, इस दौरान 19 दिनों का तूफान भी आता है। 19 दिन मुसलसल एक समुद्री तूफान फेस करते हैं ते जिंदी वजह तो काफ़ी ज़्यादा बंदे उन्होंने फौत भी हो जाते हैं ते बाकी बचते हैं उन्होंने कोल सिर्फ और सिर्फ 70 बंदे। खैर, तूफान फेस करने तो बाद फिर अगे एक थां ते पहुंचते हैं, उत्थों भी फिर अगे टुर पैंदे ने ते 2 महीने फिर सफ़र करते हैं। अगों आ जाता जो कोई भी जजीरा आता वो हुंदा बलावां दा जजीरा। उत्थे बलाई बलोई होंदियां ने, बहुत ज़्यादा माहौल खराब होंदा उत्थे। उत्थों बलावां नाल लाड़ लूड़ के जो अगे निकलते हैं ना ते 4 महीनों का फिर सफ़र करते हैं। उस सारिया मुसीबतों के पिछे रह जाते हैं सिर्फ 40 सिपाही। 40 सिपाहियों के नाल शहजादा अगे सफ़र करता हुंदा है
ਤੇ ਫਿਰ ਅੱਗੋਂ ਇੱਕ ਹੋਰ ਥਾਂ ਦੀ ਉੱਥੇ ਵੀ ਸੰਸਾਰ ਹੁੰਦੇ ਨੇ, ਕ੍ਰੋਕੋਡਾਈਲਸ ਜਿਹਨੂੰ ਕਹਿੰਦੇ ਉਹਨਾਂ ਨੂੰ ਸੰਸਾਰ ਕਹਿੰਦੇ ਹਨ, ਸੰਸਾਰ ਜਾਂ ਸੰਸਾਰ ਕਹਿੰਦੇ ਨੇ ਉਹਨਾਂ ਨੂੰ ਪੰਜਾਬੀ 'ਚ। ਫਿਰ ਜਦੋਂ ਉਹਨਾਂ ਤੋਂ ਬਚ ਕੇ ਨਿਕਲਦੇ ਨੇ ਤੇ ਫਿਰ ਅੱਗੇ ਜ਼ੰਗੀ ਸ਼ਹਿਜ਼ਾਦੀ ਆਉਂਦੀ ਹੈ। ਉਹ ਜ਼ੰਗੀ ਸ਼ਹਿਜ਼ਾਦੀ ਸੈਫੁਲ ਮਲੂਕ ਦੇ ਕਿਉਂਕਿ ਬਾਦਸ਼ਾਹ ਦਾ ਪੁੱਤਰ ਹੁੰਦਾ ਉਹਦੇ ਤੇ ਆਸ਼ਿਕ ਹੋ ਜਾਂਦੀ ਹੈ। ਬੜੇ ਤਗੜੇ ਤਗੜੇ ਹੋ ਕੇ ਉਹਨੂੰ ਨਾ ਜਾਨ ਛੁਡਾ ਕੇ ਸ਼ਾਹ ਬਹਾਦਰ ਨੇ ਸੈਫੁਲ ਮਲੂਕ ਜਿਹੜਾ ਨਾ ਉੱਥੋਂ ਅੱਗੇ ਆ ਜਾਂਦੇ ਨੇ, ਅੱਗੇ ਪਹੁੰਚ ਜਾਂਦੇ ਨੇ ਕੋਕਾਫ। ਕੋਕਾਫ ਕੌਣ ਰਹਿੰਦੇ ਨੇ? ਜਿੰਨ, ਪਤਾ ਹੈ ਨਾ, ਕੋਕਾਫ 'ਚ ਜਿੰਨ ਰਹਿੰਦੇ ਨੇ। ਕੋਕਾਫ ਦੀ ਸ਼ਹਿਜ਼ਾਦੀ ਵੀ ਸ਼ਹਿਜ਼ਾਦੇ ਤੇ ਆਸ਼ਿਕ ਹੋ ਜਾਂਦੀ, ਯਾਰ ਮੈਂ ਸ਼ਹਿਜ਼ਾਦਾ ਕਿਉਂ ਨਹੀਂ ਗਾ, ਮੈਂ ਵੀ ਅੱਜ ਤੋਂ ਬਾਅਦ ਆਪਣਾ ਨਾਂ ਸੈਫੁਲ ਮਲੂਕ ਹੀ ਰੱਖ ਲੈਣਾ। ਕੋਕਾਫ ਦੀ ਸ਼ਹਿਜ਼ਾਦੀ ਵੀ ਸ਼ਹਿਜ਼ਾਦੇ ਤੇ ਆਸ਼ਿਕ ਹੋ ਜਾਂਦੀ ਹੈ ਤੇ ਸ਼ਹਿਜ਼ਾਦਾ ਉਹਨੂੰ ਵੀ ਨਾ ਬਚ ਬਚਾ ਕੇ ਕਹਿੰਦਾ ਬੀਬੀ ਮੇਰੀ ਮੰਜ਼ਿਲ ਕੋਈ ਹੋਰ ਏ ਤੇ ਮੈਂ ਅੱਗੇ ਜਾਣਾ। ਖੈਰ ਉਹ ਉੱਥੋਂ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ 70 ਦਿਨ ਸ਼ਹਿਜ਼ਾਦਾ ਫਿਰ ਪੈਦਲ ਚੱਲਦਾ ਹੈ ਤੇ ਨਿਢਾਲ ਹੋ ਕੇ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਹੁਰਾਇਲ ਫਰਿਸ਼ਤਾ ਆਂਦਾ ਉੱਥੇ, ਯਾਨੀ ਬੈਕਡੋਰ ਚੈਨਲ ਤੋਂ ਉਹਨੂੰ ਕੋਈ ਹੁਰਾਇਲ ਫਰਿਸ਼ਤਾ ਆਂਦਾ ਹੈ, ਬੈਕਡੋਰ ਚੈਨਲ ਤੋਂ ਉਹਦੇ ਕੋਲ ਬੰਦਾ ਆਂਦਾ ਹੈ ਤੇ ਉਹਨੂੰ ਇਸਮੇ ਆਜ਼ਮ ਸਿਖਾਉਂਦਾ ਹੈ, ਇੱਕ ਐਸਾ ਮੰਤਰ ਜਾਦੂ ਸਿਖਾਉਂਦਾ ਹੈ ਕਿ ਜਿਹੜਾ ਸ਼ਹਿਜ਼ਾਦੇ ਨੂੰ ਅਸਫੰਦ ਬਾਸ਼ ਦਿਓ ਦੇ ਕਿਲੇ ਦੇ ਵਿੱਚ ਨਾ ਪਹੁੰਚਾ ਦੇ। ਅਸਫੰਦ ਬਾਸ਼ ਇੱਕ ਜ਼ਾਲਮ ਦਿਓ ਏ ਜਿਨਨੇ ਸਰਅੰਦੀਪ ਬਾਦਸ਼ਾਹ ਦੇ ਧੀ ਨੂੰ ਜਿਹੜਾ ਨਾ ਉਹ ਕੈਦ ਕੀਤਾ ਹੋਇਆ ਹੈ। ਖੈਰ ਕਿਸੇ ਵੀ ਤਰੀਕੇ ਨਾਲ ਟ੍ਰਿਕਸ ਤੇ ਟਿਪਸ ਦੇ ਨਾਲ ਸ਼ਹਿਜ਼ਾਦਾ ਜਿਹੜਾ ਹੈ ਨਾ ਉਹ ਉਸ ਅਸਫੰਦ ਬਾਸ਼ ਦਿਓ ਨੂੰ ਮਾਰ ਕੇ ਤੇ ਧੀ ਨੂੰ ਆਜ਼ਾਦ ਕਰਾ ਲੈਂਦਾ ਹੈ। ਉਸ ਬਾਦਸ਼ਾਹ ਦੀ ਧੀ ਦਾ ਨਾਮ ਹੈ ਮਲਕਾ ਖਾਤੂਨ। ਉਹਨੂੰ ਆਜ਼ਾਦ ਕਰਾਉਣ ਤੋਂ ਬਾਅਦ ਉਹ ਉਹਦੇ ਵਾਲਦ ਨੂੰ ਤੱਕ ਉਹਨੂੰ ਪਹੁੰਚਾ ਦਿੰਦਾ ਹੈ। ਜਦੋਂ ਉਹਦੇ ਵਾਲਦ ਤੱਕ ਉਹਨੂੰ ਪਹੁੰਚਾਉਂਦਾ ਹੈ ਨਾ ਤੇ ਸ਼ਹਿਜ਼ਾਦਾ ਮਲਕਾ ਖਾਤੂਨ ਨੂੰ ਆਪਣੀ ਖਾਹਿਸ਼ ਦੱਸਦਾ ਹੈ ਕਿ ਉਹ ਪਰੀ ਬਦੀਉਲ ਜਮਾਲ ਨੂੰ ਮਿਲਣਾ ਹੈ। ਹੁਣ ਮਲਕਾ ਖਾਤੂਨ ਜਿਹਨੂੰ ਉਹਨੇ ਅਸਫੰਦ ਬਾਸ਼ ਦਿਓ ਤੋਂ ਬਚਾਇਆ ਸੀ ਉਹ ਉਹਨੂੰ ਦੱਸਦੀ ਏ ਕਿ ਬਈ ਬਦੀਉਲ ਜਮਾਲ ਤਾਂ ਮੇਰੀ ਸਹੇਲੀ ਹੈ। ਉਹ ਕਹਿੰਦਾ ਅੱਛਾ, ਕਹਿੰਦਾ ਕੰਮ ਬਣ ਗਿਆ ਫਿਰ, ਯਾਨੀ ਕਿ ਠੀਕ ਹੈ। ਉਹ ਫਿਰ ਜਦੋਂ ਉਹਨੂੰ ਦੱਸਦੀ ਤੇ ਫਿਰ ਜਿਹੜੀ ਮਲਕਾ ਖਾਤੂਨ ਹੈ ਨਾ ਉਹ ਇਹਨਾਂ ਦੋਵਾਂ ਨੂੰ ਇੱਕ ਬਾਗ ਦੇ ਵਿੱਚ ਮੁਲਾਕਾਤ ਕਰਾਉਂਦਾ ਰਹਿੰਦਾ ਹੈ। ਮੁਲਾਕਾਤਾਂ ਦਾ ਟਾਈਮ ਬਣਦਾ ਰਹਿੰਦਾ ਹੈ। ਫਿਰ ਕੁਝ ਦਿਨਾਂ ਬਾਅਦ ਹੁੰਦਾ ਹੈ ਕਿ ਇਹ ਦੋਵੇਂ ਜਣੇ ਬਾਗ ਦੇ ਵਿੱਚ ਹੁੰਦੇ ਨੇ। ਫਿਰ ਜਿਹੜਾ ਅਸਫੰਦ ਬਾਸ਼ ਦਿਓ ਸੀ ਨਾ ਜਿੱਥੋਂ ਮਲਕਾ ਖਾਤੂਨ ਨੂੰ ਛੁਡਾ ਕੇ ਲਿਆਇਆ ਸੀ, ਜਿਹਨੂੰ ਕਤਲ ਕਰਕੇ, ਉਹਦੇ ਭਰਾ ਆ ਜਾਂਦੇ ਨੇ। ਉਹਦਾ ਭਰਾ ਆ ਜਾਂਦਾ ਹੈ ਹਾਸ਼ਮ ਦਿਓ, ਠੀਕ ਹੈ, ਆਪਣੇ ਵੀਰ ਦਾ ਬਦਲਾ, ਤੇ ਉਹ ਸੈਫੁਲ ਮਲੂਕ ਨੂੰ ਚੁੱਕ ਕੇ ਲੈ ਜਾਂਦਾ, ਅਗਵਾ ਕਰਕੇ ਲੈ ਜਾਂਦਾ। ਪਰੀ ਬਦੀਉਲ ਜਮਾਲ ਦਾ ਵਾਲਦ ਹੈ ਸ਼ਾਹਪਾਲ। ਸ਼ਾਹਪਾਲ ਜਿਹੜਾ ਹੈ ਨਾ ਉਹ ਇੱਕ ਮੁਲਕ ਦਾ ਬਾਦਸ਼ਾਹ ਹੈ। ਪਰੀ ਬਦੀਉਲ ਜਮਾਲ ਇੱਕ ਬਾਦਸ਼ਾਹ ਦੀ ਧੀ ਹੈ। ਜਦੋਂ ਉਹਨੂੰ ਪਤਾ ਲੱਗਦਾ ਹੈ ਤੇ ਕਿ ਇੱਕ ਉਹਦੀ ਬੇਟੀ ਬਦੀਉਲ ਜਮਾਲ ਜੀ ਤੋਂ ਆਪਣੇ ਵਾਲਦ ਬਾਦਸ਼ਾਹ ਨੂੰ ਸਿਫਾਰਿਸ਼ ਕਰਦੀ ਹੈ ਕਿ ਸੈਫੁਲ ਮਲੂਕ ਨੂੰ ਆਜ਼ਾਦ ਕਰਾਏ, ਤੇ ਵਾਲਦ ਜਿਹੜਾ ਨਾ ਸ਼ਾਹਪਾਲ ਉਹ ਬਹੁਤ ਤਾਕਤਵਰ ਬਾਦਸ਼ਾਹ ਹੈ। ਉਹ ਸੈਫੁਲ ਮਲੂਕ ਨੂੰ ਆਜ਼ਾਦ ਕਰਾਉਣ ਵਾਸਤੇ ਹਾਸ਼ਮ ਦਿਓ ਦੇ ਨਾਲ ਲੜਾਈ ਲੜਦਾ ਹੈ। ਪਰੀ ਬਦੀਉਲ ਜਮਾਲ ਆਪਣੇ ਵਾਲਦ ਸ਼ਾਹਪਾਲ ਨੂੰ ਸੈਫੁਲ ਮਲੂਕ ਦੀ ਆਜ਼ਾਦੀ ਵਾਸਤੇ ਕਹਿੰਦੀ ਹੈ ਤੇ ਵਾਲਦ ਜਿਹੜਾ ਹੈ ਸ਼ਾਹਪਾਲ ਉਹ ਬਹੁਤ ਵੱਡਾ ਤਾਕਤਵਰ ਬਾਦਸ਼ਾਹ ਹੈ। ਉਹ ਹਾਸ਼ਮ ਦਿਓ ਜਿਹੜਾ ਅਸਫੰਦ ਬਾਸ਼ ਦਿਓ ਦਾ ਭਰਾ ਸੀ, ਜਿਹੜਾ ਆਪਣੇ ਭਰਾ ਦਾ ਬਦਲਾ ਲੈਣ ਆਇਆ ਸੀ, ਉਹਦੇ ਨਾਲ ਜੰਗ ਕਰਦਾ ਹੈ ਤੇ ਸੈਫੁਲ ਮਲੂਕ ਨੂੰ ਉਹਦੇ ਤੋਂ ਆਜ਼ਾਦ ਕਰਾ ਲੈਂਦਾ ਹੈ। ਸੈਫੁਲ ਮਲੂਕ ਵਾਪਸ ਉੱਥੇ ਆ ਜਾਂਦਾ ਹੈ ਉਸ ਮੁਲਕ ਸਰਅੰਦੀਪ ਦੇ, ਯਾਨੀ ਕਿ ਪਰੀ ਬਦੀਉਲ ਜਮਾਲ ਦੇ ਕੋਲ ਵਾਪਸ ਆ ਜਾਂਦਾ ਤੇ ਫਿਰ ਉਹ ਆਪਣੇ ਵਾਲਦ ਨੂੰ ਖਤ ਲਿਖਦਾ ਹੈ। ਸੈਫੁਲ ਮਲੂਕ ਸਰਅੰਦੀਪ ਦੇ ਅੰਦਰ ਆਉਣ ਤੋਂ ਬਾਅਦ ਆਪਣੇ ਵਾਲਦ ਨੂੰ ਖਤ ਲਿਖਦਾ ਹੈ ਤੇ ਉਹਨੂੰ ਉੱਥੇ ਸ਼ਾਰਸਤਾਨ, ਸਰਅੰਦੀਪ ਦੇ ਅੰਦਰ ਵੀ ਇੱਕ ਜਿਹੜੀ ਜਗ੍ਹਾ ਹੁੰਦੀ ਨਾ ਸ਼ਾਰਸਤਾਨ, ਉੱਥੇ ਬੁਲਾ ਲੈਂਦਾ ਹੈ। ਯਾਨੀ ਉਹ ਇਸ ਟਾਈਮ ਬਦੀਉਲ ਜਮਾਲ ਦੇ ਘਰ ਨੇ, ਠੀਕ ਹੈ। ਬਦੀਉਲ ਜਮਾਲ ਦੀ ਦਾਦੀ ਹੁੰਦੀ ਮਹਿਰ ਅਫਰੋਜ਼। ਉਹਦੀ ਕਾਵਿਸ਼ ਦੀ ਵਜ੍ਹਾ ਤੋਂ ਸ਼ਾਹਪਾਲ ਮੰਨਦਾ ਹੈ, ਨਹੀਂ ਤੇ ਵੈਸੇ ਸ਼ਾਹਪਾਲ ਸ਼ਾਦੀ ਲਈ ਨਹੀਂ ਮੰਨਦਾ ਹੁੰਦਾ। ਬੜੀ ਮੁਸ਼ਕਲ ਨਾਲ ਸ਼ਾਹਪਾਲ ਮੰਨਦਾ ਹੈ ਸ਼ਾਦੀ ਲਈ ਤੇ ਬਦੀਉਲ ਜਮਾਲ ਦੀ ਤੇ ਸੈਫੁਲ ਮਲੂਕ ਦੀ ਦੋਵਾਂ ਦੀ ਸ਼ਾਦੀ ਹੋ ਜਾਂਦੀ ਹੈ। ਸ਼ਾਦੀ ਤੋਂ ਬਾਅਦ ਇਹ ਜਿਹੜਾ ਕਪਲ ਹੈ, ਨਿਊਲੀ ਵੈਡ ਕਪਲ, ਵਾਪਸ ਮਿਸਰ ਆ ਜਾਂਦਾ ਹੈ। ਆਪਣੇ ਵਾਲਦ ਦੀ ਇਜਾਜ਼ਤ ਤੋਂ ਬਾਅਦ, ਸ਼ਾਹਪਾਲ ਦੀ ਇਜਾਜ਼ਤ ਤੋਂ ਬਾਅਦ ਪਰੀ ਜਿਹੜੀ ਨਾ ਉਹ ਸੈਫ ਦੇ ਨਾਲ ਵਾਪਸ ਮਿਸਰ ਆ ਜਾਂਦੀ ਹੈ ਤੇ ਉੱਥੇ ਆ ਕੇ ਬਾਦਸ਼ਾਹਤ ਕਰਦੇ ਨੇ। ਐਂਡ ਉਹੀ ਹੁੰਦਾ ਪੰਜਾਬੀ ਕਹਾਣੀਆਂ ਦਾ ਕਿ 5 ਵਰੇ ਬਾਦਸ਼ਾਹਤ ਕਰਨ ਤੋਂ ਬਾਅਦ ਸੈਫੁਲ ਮਲੂਕ ਨੈਚੁਰਲ ਡੈਥ ਤੋਂ ਫੌਤ ਹੋ ਜਾਂਦੇ ਨੇ, ਆਊਟ ਆਫ ਅ ਨੈਚੁਰਲ ਡੈਥ, ਤੇ ਉਹਨਾਂ ਦੀ ਖਬਰ ਸੁਣ ਕੇ ਪਰੀ ਵੀ
ਜਾਨ ਦੇ ਦਿੰਦੀ ਹੈ। ਸੈਫੁਲ ਮੁਲੂਕ ਦੇ ਵਿੱਚ ਮੀਆਂ ਮੁਹੰਮਦ ਬਖਸ਼ ਜਿਹੜੇ 1830 ਚ ਪੈਦਾ ਹੋਏ ਸੀ, 1863 ਚ ਨਾਏ ਸੈਫੁਲ ਮੁਲੂਕ ਲਿਖੀ ਸੀ ਤੇ 1907 ਚ ਫੌਤ ਹੋਏ ਸੀ। ਉਹ ਆਪਣੇ ਮੁਰਸ਼ਿਦ ਦੀ ਤਾਕਤ ਦੇ ਬਾਰੇ ਕਹਿੰਦੇ ਨੇ, ਔਂਤਰਿਆਂ ਨੂੰ ਪੁੱਤਰ ਦਿੰਦਾ ਵਿਛੜੇ ਯਾਰ ਮਿਲਾਵੇ, ਦਰ ਉਸ ਦੇ ਥੀ ਖਾਕ ਮਿਲਨ ਥੀ ਕੋੜ ਫਰੰਗ ਉੱਠ ਜਾਵੇ। ਉर्दू ਚ ਦੱਸ ਦੇਣਾ ਤੁਹਾਨੂੰ ਤਾਂ ਕਿ ਮਜ਼ੀਦ एक्सप्लेन ਕਰਨ ਦੀ ਲੋੜ ना पवे। वो जो अहल नहीं होते औलाद पैदा करने के, उनको भी वो बेटे दे देता है और वो बिछड़े हुए यार मिला देता है और उसके दर की खाक से इंसानों के कोड़ों का, इंसान के कुफर का, फरंगी कुफर का, ईसाइयत के कुफर का जो है ना वो कोड़ बीमारी खत्म हो जाती है। फिर वो कहते ने, दानिशमंदो सुनो तमामी अर्ज फकीर करेंदा, अपो चंगा जे कोई होवे हर नू भला तकेंदा। कहते हैं कि अक्लमंदो तमाम लोग मेरी बात सुनो, ये फकीर ये बात कहना चाहता है कि जो खुद अच्छा होगा वो हर किसी को अच्छा ही देखेगा, उसको लगेगा कि हर कोई बंदा अच्छा है। फिर वो कहते ने, मेरे नालों हर कोई बेहतर, मैं ही नीच अयाना, थोड़ा बहुता शेर सुखन दा घाटा वादा जाना। भाई मैं उर्दू जो मैं कर ली तशरीह करने की जरूरत कोई नहीं, हर कोई मुझसे बेहतर है, मैं ही सबसे नीच हूं। हाँ थोड़ी बहुत मुझे शेर सुखन का पता है, बाकी मुझ में कोई बात नहीं है, सिर्फ मुझे शेर वेर आते हैं और मैं कोई काम का बंदा नहीं हूं। फिर कहते ने, दर्द होवे ते हा निकलदी कोई ना रहिंदा जर के, दिलबर अपने दी गल करिए होरां नूं मुंह धर के। जब दर्द होती है ना तो आह निकलती है, कोई भी इसको बर्दाश्त नहीं कर सकता, बेयर नहीं कर सकता। और क्या होता है कि लोग अपने दिलबर के बारे में बात कर रहे होते हैं किसी और की तरफ मुंह करके। मतलब पंजाबी दा खान है ना कि सुनावा कवा धी नूं ते सुनावा नूह नूं। मतलब यह कि जो आम तौर पर लोग किसी भी फौतगी ते बैठे होंगे ना, तो वो जो उन्होंने रोन निकलता तो अपनिਆਂ ਨੂੰ याद करके रोन निकलता, उस फौतगी की वजह तो बाद नहीं भी निकलता तो बाद निकलता भी है। सो अपना दिलबर ज़हन च हुंदा जो भी बंदे नूं कोई कैफियत आती है, जो भी बंदे नूं कोई दुख तकलीफ आती है। फिर वो कहते ने, जो शार बेपीड़ा होवे सुखन उधे भी रुखे, बेपीड़े थी शेर न हुंदा अग बिन धुआं तुखे। उर्दू च जो भी शायर को कोई दर्द नहीं होगा, कोई तकलीफ नहीं होगी, कोई पीड़ा नहीं होगी, उसको कोई परेशानी नहीं होगी ना, उसका सुखन भी कोई इतना ज्यादा इंटरेस्टिंग दिलचस्प, उसका सुखन भी कोई इतना ज्यादा रुखा सा होगा। क्योंकि जो बगैर दर्द के शेर होते हैं ना, वो शेर नहीं होते, वो तो बस आग के बिना धुआं दुखने वाली बात होती है। फिर कहते हैं, जिस विच गुज्जी रमज ना होवे दर्द मंदां दे हालों, बेहतर चुप मुहम्मद बख्शा सुखन इजे नालों। जिसके अंदर छुपी हुई रमज ना हो, छुपा हुआ राज ना हो, दर्दमंदों के हाल बयान करने वाला ऐसा शायर चुप ही रहे तो बेहतर है। फिर वो मनकबत कहते ने, जो किसी वली अल्लाह के बारे गल की जाए ना, नात हुंदी रसूल सल्लल्लाहु अलैहि वसल्लम दे, तो मनकबत हुंदी वली अल्लाह के बारे। मनकबत दे वेखो 3 शेर किड्डे सोहने लिखदे ने। अव्वल शेख फरीद शकरगंज आरफ अहल वलायत, हिक हिक सुखन जुबान उधीदा रहबर राह हिदायत। सबसे पहले तो मैं बात करने वाला हूँ शेख फरीद शकरगंज के बारे में, जो कि एक वली अल्लाह हैं, जो कि जानने वाले हैं विलायत को। उनका एक एक जुबान का से निकला हुआ लफ्ज जो है ना वो हिदायत देता है। फिर वो कहते हैं, फिर सुल्तान बाहू हिक होया खासा मर्द हक्कानी, दौड़े पाक जुबान उधीदे रोशन दो जहानी। फिर सुल्तान बाहू एक बंदा हुआ है जो कि एक बहुत रमज वाला एक मर्द मोमिन हुआ है। उसकी जुबान के जो दौड़े हैं, उसकी जुबान के जो कॉपलेट्स हैं, शार हैं, वो 2 जहानों में रोशन है। फिर वो बुल्ले शाह के बारे कहते हैं, बुल्ले शाह दी काफी सुन के टुटदा कुफर अंदर दा, वहदत दे दरिया दे अंदर ओ भी रहंदा तरदा। बुल्ले शाह की काफी सुन के अंदर का कुफर खत्म होता है और वो भी वहदतुल वजूद के बारे में बात करते हैं। दिस इज टोटली ऑल अबाउट मियां मोहम्मद बख्श एंड सैफुल मुलूक। मियां मोहम्मद बख्श सरकार सैफुल मुलूक दे विच कहंदे ने
रहमत दा मी पा खुदाया बाग सुका कर हरिया बूटा आस उम्मीद मेरी दा कर दे मेवे भरिया। ਇਹ ਸ਼ੇਰ ਅਸੀਂ ਇਹਨੂੰ ਮੈਂ ਉਰਦੂ 'ਚ ਪੜ੍ਹ ਦਿੰਦਾ ਹਾਂ ਤਾਂ ਕਿ ਮਜ਼ੀਦ ਤੁਹਾਨੂੰ ਆਸਾਨੀ ਹੋ ਜਾਵੇ। ਇਹਨੂੰ तशरीह नहीं करते, तशरीह करने से बहुत ज़्यादा टाइम वेस्ट होगा। ऐ खुदा रहमत की बारिश फरमा और मेरा जो मेरे अंदर का जो बाग है वो सूखा हुआ है उसको हरा कर दें, और जो मेरी उम्मीद है आप पे लगी हुई है प्लीज़ उस पर बराए मेहरबानी है मेरे मालिक उस पर करम फरमा दें। फिर वो कहते ने आमा बेखलासा अंदर गल खासा दी करनी मिठी खीर पका मुहम्मद कुत्तियां आगे धरनी। किसी आम आदमी और बेखलास आदमी के सामने कोई अहम और ख़ास बात करनी ऐसे ही है जैसे कोई मिठी खीर पका के आप मेहनत करके कुछ पकाओ और बाद में उसको कुत्तों के आगे धर दो। जी अम्मी जाओ। अम्मी ये सही लीजा ਤੁਹਾਨੂੰ नहीं पता। मैं तू ना देख ये तू लिखनी सी कि अल्लाह सोने दी गल्लां किसी जाहिल बंदे नाल कर। अच्छा ठीक है ठीक है। मेरी अम्मी आई है उन्हें मेरी करैक्शन की है। मैं हुण दसना अम्मी आंदी है भी आमा अल्लाह दी गल किसी जाहल बंदे की ना करो। ठीक है भाई इनू भी विच शामिल कर लो भी मेरी वालदा आई उन्हें कहा भी अल्लाह दी गल किसी आम बंदे की ना करो किसी जाहल बंदे की ना करो। ए शेर दी तशरीह हुआ। ठीक है भाई ना मिलिए ता मिलिए ना जे मिलिए ता हंस के मिठा बोल अंदर वड़ मिलिए आशिक दा दिल खस के। अगर किसी से मिले तो ना मिले लेकिन अगर कभी किसी से मिले तो हंस के बात करें, और अगर कभी मिले तो मीठे बोल के साथ मिलें और ऐसे मिले जैसे अगले बंदे के अंदर घुस जाओ। मतलब इस तरह आजी के साथ मिलो कि उसके दिल में जगह कर लो। ठीक है। फिर कहते हैं दुश्मन मरे तो खुशी ना करिए सजना भी मर जाना दीगर ते दिन गया मोहम्मद ओढ़क नू डूब जाना। अगर कोई दुश्मन मरे तो इस बात पे खुश नहीं होना चाहिए क्योंकि दोस्तों ने भी एक ना एक दिन मर जाना है। अपनों बहन भाइयों अपने जो करीबी दोस्त हैं उन्होंने भी मर जाना है। हो सकता है आपने उनसे पहले मर जाना हो। दीगर अभी तुम्हारी जिंदगी की सुपहर चल रही है। ठीक है। हो सकता है इन्ने समझदार सन कि भी जेड़ा बंदा पढ़न लिया है जाहिर गल 30s ਦੇ ਅਰਾਊਂਡ है 20 साल तो उत्ते ही होए ना 20 ਦੇ ਤੇ 30 ਦੇ ਅਰਾਊਂਡ है। वो कहते ना ऑलरेडी जिंदगी की दोपहर हो गई है डीगर हो गई है। ठीक है। तो थोड़ी देर बाद ये सूरज जड़ा इन्हें भी डुब जाना तुमने भी मर जाना है। दुनिया ते जो कम ना आवे औखे सौखे वेले इस बेफैज संगी नालों बेहतर यार अकेले। दुनिया में जो ऐसा दोस्त जो आपके कभी किसी काम नहीं आता मुश्किल या आसान वक्त में ऐसे ऐसे बेफैज ऐसे कम ज़र्फ ऐसे सस्ते इंसान से बेहतर है कि आप अकेले रहें। जिस दिल अंदर इश्क ना रचिया कुत्ते उस तो चंगे मालक दे घर राखी कर दे साबर भूखे नंगे। जिस दिल में इश्क नहीं बसा कुत्ते उससे अच्छे हैं क्योंकि कुत्ते क्या करते हैं वो मालिक के घर रखवाली करते हैं। बेशक मालिक उनको रोटी डाले ना डाले वफा कुत्ते की मतलब कुत्ते की वफा को बेवफा आदमी से वो प्रायोरिटाइज कर रहे हैं। फर्द फकीर होया कोई खासा मर्द सफाई वाला फिक्का अंदर भी सुखन है इश्क अंदर खुश चाला। वो इंसान जो फकर करता है वही खास है वही सफाई वाला है। वो जो सफाई वाला है वो सबसे बेहतर है। फिक्का के अंदर भी सुखन है जो दीन है उसके अंदर भी सुखन है मोहब्बत है इश्क है खुलूस है जुनून है और इश्क के अंदर भी खुश अखलाकी है। कूड़े बंदे रब ना भावन मन जुबान ना रहिंदा गल ओदी कोई मनदा नहीं सब जग झूठ कहिंदा। जो झूठा बंदा है ना उसको ना तो रब मिलता है ना ही उसकी जुबान दुनिया में कोई वैलिडिटी रखती है ना ही उसकी कोई बात मानता है और सारी दुनिया उससे झूठा झूठा कहती है। नीचा दी शनाई कोलों फैज किसे ना पाया किकर ते अंगूर चढ़ाया हर गुच्छा जख्माया। घटिया बंदे से दोस्ती ताल्लुक से कभी भी कोई फैजियाब नहीं हो सका। ये ऐसे ही है जैसे कोई कीमती चीज आप ऐसे ही है जैसे कोई अंगूर की बेल को किसी कांटेदार दरख्त पे चढ़ा दिया जाए और सारे अंगूरों को जख्मी कर दिया जाए।